ਹੈਲੋ ਟੂ एवरीवन। ਅੱਜ ਆਪਾਂ ਯੂਨਿਟ 4 ਸਟਾਰਟ ਕਰਨ ਜਾ ਰਹੇ ਹਾਂ। ਉਹਦਾ ਪਹਿਲਾ ਚੈਪਟਰ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੁੰਦੀ ਕੀ ਹੈ। ਇਟ ਇਜ਼ ਅ ਫਿਨੋਮੀਨਾ ਆਫ ਪ੍ਰੋਡਕਸ਼ਨ ਆਫ ਇਲੈਕਟ੍ਰਿਕ ਕਰੰਟ ਇਨ ਅ ਕੋਇਲ ਵੈਨ ਮੈਗਨੈਟਿਕ ਫਲਕਸ ਲਿੰਕਡ ਵਿਦ ਦ ਕੋਇਲ ਚੇਂਜਸ। ਜਦੋਂ ਮੈਗਨੈਟਿਕ ਫਲਕਸ ਇੱਕ ਕੋਇਲ ਦੇ ਵਿੱਚ ਚੇਂਜ ਹੋਏਗੀ ਤਾਂ ਉੱਥੇ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੋਏਗਾ। ਇਸ ਪੂਰੇ ਫਿਨੋਮੀਨਾ ਨੂੰ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕਿਹਾ ਜਾਂਦਾ ਹੈ। ਠੀਕ, ਹੁਣ ਇੱਥੋਂ ਅਸੀਂ ਦੇਖਦੇ ਹਾਂ ਕਿ ਮੈਗਨੈਟਿਕ ਫਲਕਸ ਐਕਚੁਅਲ 'ਚ ਕੀ ਹੁੰਦੀ ਹੈ। ਮੈਗਨੈਟਿਕ ਫਲਕਸ ਇਜ਼ ਨੰਬਰ ਆਫ ਮੈਗਨੈਟਿਕ ਫੀਲਡ ਲਾਈਨਸ ਕ੍ਰੋਸਿੰਗ ਦ ਸਰਫੇਸ ਨੋਰਮਲੀ। ਠੀਕ ਹੈ, ਇਹਦਾ ਫਾਰਮੂਲਾ ਹੈ ਫਾਈ ਇਜ਼ ਇਕੁਅਲ ਟੂ ਬੀ ਡੋਟ ਡੀ ਐਸ ਜਾਂ ਡੈਲਟਾ ਐਸ। ਕੀ ਹੁੰਦੇ ਹੈਗੇ ਜਦੋਂ ਮੰਨ ਲਓ ਆਪਣੇ ਕੋਲ ਕੋਈ ਮੈਗਨੇਟ ਹੈ ਤਾਂ ਉਹਦੇ ਅਰਾਊਂਡ ਕੀ ਹੁੰਦੀ ਹੈਗੀਆਂ ਮੈਗਨੈਟਿਕ ਫੀਲਡ ਲਾਈਨਸ, ਐਵੇਂ ਕਰਕੇ ਮੈਗਨੈਟਿਕ ਫੀਲਡ ਲਾਈਨਸ ਹੁੰਦੀਆਂ। ਠੀਕ ਹੈ, ਹੁਣ ਇਹ ਮੈਗਨੈਟਿਕ ਜਿੰਨੀਆਂ ਨੰਬਰ ਆਫ ਮੈਗਨੈਟਿਕ ਫੀਲਡ ਲਾਈਨਸ ਇੱਕ ਸਰਫੇਸ ਦੇ ਵਿੱਚੋਂ ਨੋਰਮਲੀ ਪਾਸ ਹੋ ਰਹੀਆਂ ਨੇ ਉਸ ਨੂੰ ਅਸੀਂ ਮੈਗਨੈਟਿਕ ਫਲਕਸ ਕਹਿਣਾ। ਕਿਸੇ ਵੀ ਸਰਫੇਸ ਵਿੱਚੋਂ ਜਿਹੜੀਆਂ 90 ਡਿਗਰੀਜ਼ ਦਾ ਐਂਗਲ ਬਣਾ ਕੇ ਜਿੰਨੀਆਂ ਨੰਬਰ ਆਫ ਮੈਗਨੈਟਿਕ ਫੀਲਡ ਲਾਈਨਸ ਇੱਕ ਸਰਫੇਸ 'ਚੋਂ ਪਾਸ ਹੋ ਰਹੀਆਂ ਉਹ ਮੈਗਨੈਟਿਕ ਫਲਕਸ ਹੈ। ਠੀਕ ਹੈ, ਮੈਗਨੈਟਿਕ ਫਲਕਸ ਦੇ ਯੂਨਿਟ ਵੈਬਰ ਹੁੰਦੇ ਆ। ਹੁਣ ਮੈਗਨੈਟਿਕ ਫਲਕਸ ਜਿਹੜਾ ਹੈ ਇਹ ਡਿਸਕਵਰ ਕੀਤਾ ਸੀਗਾ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੀ ਬੇਸਿਕਲੀ ਡਿਸਕਵਰ ਕੀਤੀ ਸੀਗੀ ਫੈਰਾਡੇ ਨੇ। ਇਹਨੇ ਕੁਝ ਐਕਸਪੈਰੀਮੈਂਟ ਕੀਤੇ ਸੀ, ਠੀਕ ਹੈ, ਜਿਹਦੇ ਤੋਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਡਿਸਕਵਰ ਹੋਈ। ਸਭ ਤੋਂ ਪਹਿਲਾ ਐਕਸਪੈਰੀਮੈਂਟ ਸੀਗਾ ਵੈਨ ਦ ਸਟਰੈਂਥ ਆਫ ਮੈਗਨੈਟਿਕ ਫੀਲਡ ਇਜ਼ ਵੇਰਿਡ। ਮਤਲਬ ਜਦੋਂ ਆਪਾਂ ਮੈਗਨੈਟਿਕ ਫੀਲਡ ਦੀ ਜਿਹੜੀ ਸਟਰੈਂਥ ਹੈਗੀ ਉਹ ਵੇਰੀ ਕਰਦੇ ਰਹਿੰਦੇ ਆ, ਬਾਰ-ਬਾਰ ਬਦਲਦੇ ਰਹਿੰਦੇ ਆ, ਤਾਂ ਕੀ ਹੋਇਆ, ਕੀ ਕੀਤਾ ਫੈਰਾਡੇ ਨੇ, ਇੱਕ ਕੋਇਲ ਲੈ ਲਈ ਆਇਰਨ ਰੋਡ ਵਾਂਗੂ। ਠੀਕ ਹੈ, ਆਇਰਨ ਰੋਡ ਦੇ ਉੱਪਰ ਇਹ ਕੋਇਲ ਜਿਹੜੀ ਹੈ ਉਹ ਵਾਈਂਡ ਕਰਤੀ। ਠੀਕ ਹੈ, ਦੋ ਲੈ ਲਈਆਂ ਉਹਨੇ, ਇੱਕ ਪੀ ਲੈ ਲਈ, ਇੱਕ ਐਸ ਲੈ ਲਈ। ਠੀਕ ਹੈ, ਇੱਕ ਸਾਈਡ 'ਤੇ ਪੀ ਵਾਲੀ ਸਾਈਡ 'ਤੇ ਉਹਨੇ ਬੈਟਰੀ ਲਗਾਈ, ਨਾਲ ਲਗਾਤੀ ਟੈਪਿੰਗ ਕੀ। ਠੀਕ, ਟੈਪਿੰਗ ਕੀ ਮਤਲਬ ਜਦੋਂ ਉਹਨੂੰ ਪ੍ਰੈਸ ਕਰਦਾ ਸੀਗਾ ਤਾਂ ਸਰਕਿਟ ਕੰਪਲੀਟ, ਜਦੋਂ ਉਹਨੂੰ ਹਟਾ ਦਿੰਦਾ ਸੀਗਾ ਤਾਂ ਸਰਕਿਟ ਓਪਨ ਹੋ ਜਾਂਦਾ ਸੀ। ਦੂਸਰੀ ਜਿਹੜੀ ਐਸ ਕੋਇਲ ਲਈ ਉਹਦੇ ਅਕਰੋਸ ਲਗਾਤਾ ਗਲਵੈਨੋਮੀਟਰ। ਗਲਵੈਨੋਮੀਟਰ ਕਾਹਦੇ ਵਾਸਤੇ, ਤਾਂ ਕਿ ਕਰੰਟ ਡਿਟੈਕਟ ਹੋ ਸਕੇ। ਜੇ ਕੋਈ ਕਰੰਟ ਇਸ ਕੋਇਲ ਵਿੱਚ ਆਉਂਦਾ ਤਾਂ ਉਹ ਡਿਟੈਕਟ ਹੋ ਸਕੇ। ਇਸ ਕੋਇਲ 'ਤੇ ਅਸੀਂ ਕੋਈ ਬੈਟਰੀ ਵਗੈਰਾ ਕੁਛ ਨਹੀਂ ਲਗਾਇਆ। ਤਾਂ ਹੁਣ ਆਬਜ਼ਰਵੇਸ਼ਨਸ ਕੀ ਕੀਤੀਆਂ ਉਹਨੇ ਕਿ ਵੈਨ ਟੈਪਿੰਗ ਕੀ ਇਜ਼ ਪ੍ਰੈਸਡ ਡਿਫਲੈਕਸ਼ਨ ਇਜ਼ ਪ੍ਰੋਡਿਊਸਡ ਇਨ ਗਲਵੈਨੋਮੀਟਰ। ਜਿਵੇਂ ਟੈਪਿੰਗ ਕੀ ਦੇ ਉੱਪਰ ਉਹਨੇ ਹੱਥ ਰੱਖਿਆ ਤਾਂ ਗਲਵੈਨੋਮੀਟਰ ਨੇ ਕੁਛ ਡਿਫਲੈਕਸ਼ਨ ਸ਼ੋ ਕੀਤੀ। ਡਿਫਲੈਕਸ਼ਨ ਸ਼ੋ ਕੀਤੀ ਇਹਦਾ ਮਤਲਬ ਇਸ ਕੋਇਲ ਵਿੱਚ ਕੀ ਹੋਇਆ, ਕੁਛ ਕਰੰਟ ਆਇਆ। ਠੀਕ, ਜਿਵੇਂ ਉਹਨੇ ਟੈਪਿੰਗ ਕੀ ਨੂੰ ਰਿਲੀਜ਼ ਕੀਤਾ ਉਸ ਟਾਈਮ 'ਤੇ ਵੀ ਡਿਫਲੈਕਸ਼ਨ ਆਈ, ਪਰ ਉਹ ਡਾਇਰੈਕਸ਼ਨ ਜਿਹੜੀ ਸੀਗੀ ਉਹਦੀ ਆਪੋਜ਼ਿਟ ਸੀਗੀ, ਡਿਫਲੈਕਸ਼ਨ ਦੀ ਡਾਇਰੈਕਸ਼ਨ ਆਪੋਜ਼ਿਟ ਹੋ ਗਈ। ਠੀਕ ਹੈ, ਤੀਸਰੀ ਚੀਜ਼ ਜਿਹੜੀ ਉਹਨੇ ਓਬਜ਼ਰਵ ਕੀਤੀ, ਗਲਵੈਨੋਮੀਟਰ ਕੋਈ ਵੀ ਡਿਫਲੈਕਸ਼ਨ ਸ਼ੋ ਨਹੀਂ ਕਰਦਾ ਜਦੋਂ ਟੈਪਿੰਗ ਕੀ ਨੂੰ ਪ੍ਰੈਸ ਰੱਖਿਆ, ਉਹਨੇ ਹੱਥ ਲਾ ਲਿਆ, ਟੈਪਿੰਗ ਕੀ ਨੂੰ ਔਨ ਕਰਤਾ, ਉਹ ਕੰਟੀਨਿਊਸਲੀ ਔਨ ਰਹੀ ਤਾਂ ਗਲਵੈਨੋਮੀਟਰ ਨੇ ਡਿਫਲੈਕਸ਼ਨ ਦੇਣਾ ਬੰਦ ਕਰਤਾ। ਡਿਫਲੈਕਸ਼ਨ ਕਦੋਂ ਦੇ ਰਿਹਾ ਸੀਗਾ, ਜਦੋਂ ਤੁਸੀਂ ਟੈਪਿੰਗ ਕੀ ਨੂੰ ਪ੍ਰੈਸ ਕੀਤਾ ਉਸੇ ਟਾਈਮ ਜਾਂ ਤੁਸੀਂ ਉਹਨੂੰ ਰਿਲੀਜ਼ ਕੀਤਾ ਉਸ ਟਾਈਮ 'ਤੇ ਗਲਵੈਨੋਮੀਟਰ ਡਿਫਲੈਕਸ਼ਨ ਦੇ ਰਿਹਾ ਸੀ। ਠੀਕ, ਹੁਣ ਇਹ ਸਾਰੀਆਂ ਆਬਜ਼ਰਵੇਸ਼ਨਸ ਦੀ ਕੁਝ ਐਕਸਪਲੇਨੇਸ਼ਨ ਹੋਏਗੀ। ਉਹ ਐਕਸਪਲੇਨੇਸ਼ਨ ਸੀਗੀ ਵੈਨ ਦ ਟੈਪਿੰਗ ਕੀ ਇਜ਼ ਜਸਟ ਪ੍ਰੈਸਡ ਜਾਂ ਫਿਰ ਰਿਲੀਜ਼ ਹੋਈ ਦ ਮੈਗਨੈਟਿਕ ਫਲਕਸ ਲਿੰਕਡ ਵਿਦ ਦ ਕੋਇਲ ਐਸ ਇਜ਼ ਇਨਕਰੀਜ਼ਿੰਗ ਔਰ ਡਿਕਰੀਜ਼ਿੰਗ। ਜਦੋਂ ਤੁਸੀਂ ਪ੍ਰੈਸ ਕੀਤੀ ਤਾਂ ਮੈਗਨੈਟਿਕ ਫਲਕਸ ਇਨਕਰੀਜ਼ ਹੋ ਰਹੀ ਸੀਗੀ, ਜਦੋਂ ਤੁਸੀਂ ਰਿਲੀਜ਼ ਕੀਤੀ ਤਾਂ ਮੈਗਨੈਟਿਕ ਫਲਕਸ ਕੀ ਹੋ ਰਹੀ ਸੀ, ਡਿਕਰੀਜ਼ ਹੋ ਰਹੀ ਸੀ। ਹੁਣ ਇਨਕਰੀਜ਼ ਜਾਂ ਡਿਕਰੀਜ਼ ਦਾ ਮਤਲਬ ਹੈ ਕਿ ਮੈਗਨੈਟਿਕ ਫਲਕਸ ਚੇਂਜ ਹੋ ਰਹੀ ਹੈ। ਮੈਗਨੈਟਿਕ ਫਲਕਸ ਚੇਂਜ ਹੋ ਰਹੀ ਹੈ ਤਾਂ ਉੱਥੇ ਕੀ ਹੋ ਰਿਹਾ ਹੈ, ਇੰਡਿਊਸ ਕਰੰਟ ਇੰਡਿਊਸ ਹੋ ਰਿਹਾ। ਠੀਕ ਹੈ, ਹੁਣ ਜਿਹੜਾ ਇਹ ਡਾਇਰੈਕਸ਼ਨ ਹੈ ਕਰੰਟ ਦਾ ਉਹ ਅਸੀਂ ਅੱਗੇ ਪੜ੍ਹਾਂਗੇ ਕਿ ਲੈਂਜ਼ਜ਼ ਲਾਅ ਨੇ ਦੇਣਾ। ਠੀਕ ਹੈ, ਅੱਗੇ ਐਕਸਪਲੇਨ ਕੀਤਾ। ਹੁਣ ਸੈਕਿੰਡ ਐਕਸਪੈਰੀਮੈਂਟ ਜਿਹੜਾ ਉਹਨੇ ਕੀਤਾ that was when a source of magnetic field is moved towards or away from the stationary coil। ਹੁਣ ਉਹਨੇ ਇੱਕ ਕੋਇਲ ਲੈ ਲਈ, ਠੀਕ ਹੈ, ਉਹਦੇ ਆਲੇ ਦੁਆਲੇ ਗਲਵੈਨੋਮੀਟਰ ਲਗਾ ਲਿਆ। ਠੀਕ ਹੈ, ਨਾਲ ਲੈ ਲਈ ਉਹਨੇ ਇੱਕ ਮੈਗਨੇਟ ਨਾਰਥ ਤੇ ਸਾਊਥ ਪੋਲ ਵਾਲੀ। ਠੀਕ ਹੈ ਜੀ, ਹੁਣ ਉਹਨੇ ਕੁਛ ਆਬਜ਼ਰਵੇਸ਼ਨਸ ਕਰਨੀਆਂ ਸਟਾਰਟ ਕੀਤੀਆਂ, ਐਕਸਪੈਰੀਮੈਂਟ ਸਟਾਰਟ ਕੀਤਾ ਤਾਂ ਕੁਛ ਆਬਜ਼ਰਵੇਸ਼ਨਸ ਆਉਣਗੀਆਂ। ਹੁਣ ਉਹ ਆਬਜ਼ਰਵੇਸ਼ਨਸ ਕੀਤੀਆਂ ਉਹਨੇ, ਵੈਨ ਮੈਗਨੇਟ ਇਜ਼ ਮੂਵ ਟੂਵਰਡਸ ਦੀ ਕੋਇਲ ਦ ਕਰੰਟ ਫਲੋਜ਼ ਥਰੂ ਇਟ। ਠੀਕ ਹੈ, ਜਦੋਂ ਇਹ ਕੋਇਲ ਵੱਲ ਮੈਗਨੇਟ ਗਈ ਤਾਂ ਗਲਵੈਨੋਮੀਟਰ ਨੇ ਰੀਡਿੰਗ ਸ਼ੋ ਕਰਤੀ। ਠੀਕ, ਵੈਨ ਮੈਗਨੇਟ ਇਜ਼ ਮੂਵਡ ਅਵੇ then also current flows
ਥਰੂ ਦੀ ਗਲਵੈਨੋਮੀਟਰ ਬਟ ਇਨ ਆਪੋਜ਼ਿਟ ਡਾਇਰੈਕਸ਼ਨ। ਜਦੋਂ ਇਹ ਆਪੋਜ਼ਿਟ ਉਲਟਾ ਚਲਾਣੀ ਸਟਾਰਟ ਕਰਤੀ, ਅਸੀਂ ਅਵੇ ਲੈ ਕੇ ਜਾਣ ਲੱਗ ਗਏ ਮੈਗਨੇਟ ਨੂੰ, ਤਾਂ ਵੀ ਡਿਫਲੈਕਸ਼ਨ ਸ਼ੋ ਕੀਤੀ ਗਲਵੈਨੋਮੀਟਰ ਨੇ, ਪਰ ਆਪੋਜ਼ਿਟ ਡਾਇਰੈਕਸ਼ਨ 'ਚ। ਠੀਕ ਹੈ। ਵੈਨ ਮੈਗਨੇਟ ਡਜ਼ ਨਾਟ ਮੂਵ ਨੋ ਕਰੰਟ ਇਨ ਦੀ ਕੋਇਲ। ਜਦੋਂ ਮੈਗਨੇਟ ਇੱਕ ਥਾਂ 'ਤੇ ਰੱਖਤੀ ਤਾਂ ਗਲਵੈਨੋਮੀਟਰ ਨੇ ਡਿਫਲੈਕਸ਼ਨ ਨਹੀਂ ਸ਼ੋ ਕੀਤੀ, ਮਤਲਬ ਇਸ ਕੋਇਲ ਵਿੱਚ ਕੋਈ ਕਰੰਟ ਹੀ ਨਹੀਂ ਹੈ। ਹੁਣ ਇਹਦੀ ਐਕਸਪਲੇਨੇਸ਼ਨ ਕੀ ਆਏਗੀ? ਵੈਨ ਦ ਮੈਗਨੇਟ ਮੂਵਸ, ਮੈਗਨੈਟਿਕ ਫਲਕਸ ਲਿੰਕਡ ਵਿਦ ਦ ਕੋਇਲ S ਇਜ਼ ਚੇਂਜਿੰਗ। ਕਦੇ ਵੱਧ ਰਿਹਾ ਕਦੇ ਘਟ ਰਿਹਾ, ਇਸ ਕਰਕੇ ਕੀ ਹੋ ਰਿਹਾ ਹੈ? ਉੱਥੇ ਕਰੰਟ ਇੰਡਿਊਸ ਹੋ ਰਿਹਾ। ਜਦੋਂ ਮੈਗਨੇਟ ਸਟੇਸ਼ਨਰੀ ਹੈ ਉਦੋਂ ਕੋਈ ਫਲਕਸ ਵਿੱਚ ਚੇਂਜ ਨਹੀਂ ਆ ਰਿਹਾ, ਇਸ ਕਰਕੇ ਕਰੰਟ ਵੀ ਨਹੀਂ ਪ੍ਰੋਡਿਊਸ ਹੋ ਰਿਹਾ। ਤੀਸਰਾ ਐਕਸਪੈਰੀਮੈਂਟ ਜਿਹੜਾ ਉਹਨੇ ਕੀਤਾ ਉਹ ਸੀਗਾ ਵੈਨ ਅ ਕੋਇਲ ਇਜ਼ ਮੂਵਡ ਇਨ ਸਟੇਸ਼ਨਰੀ ਮੈਗਨੈਟਿਕ ਫੀਲਡ। ਇਸ ਐਕਸਪੈਰੀਮੈਂਟ ਵਿੱਚ ਕੀ ਕੀਤਾ ਗਿਆ? ਇੱਕ ਸਟੇਸ਼ਨਰੀ ਮੈਗਨੈਟਿਕ ਫੀਲਡ ਲੈ ਲਈ, ਮਤਲਬ ਕਿ ਯੂਨੀਫਾਰਮ ਮੈਗਨੈਟਿਕ ਫੀਲਡ। ਆ ਜਿਹੜਾ ਬਾਹਰ ਵਾਲਾ ਬਾਕਸ ਬਣਾਇਆ, ਠੀਕ ਹੈ। ਕ੍ਰੋਸ ਦਾ ਮਤਲਬ ਹੈ ਕਿ ਜਿਹੜੀ ਮੈਗਨੈਟਿਕ ਫੀਲਡ ਹੈ ਉਹ ਇਨਵਰਡਸ ਜਾ ਰਹੀ ਹੈ ਪੇਪਰ ਦੇ। ਠੀਕ ਆ, ABCD ਉਹਨੇ ਕੋਇਲ ਲੈ ਲਈ। ਜਦੋਂ ਇਹ ਕੋਇਲ ਅੰਦਰ ਹੀ ਮੂਵ ਕਰ ਰਹੀ ਹੈ, ਠੀਕ ਹੈ, ਉਦੋਂ ਤਾਂ ਸਟੇਸ਼ਨਰੀ ਮੈਗਨੈਟਿਕ ਫੀਲਡ ਵਿੱਚ ਹੈ। ਤਾਂ ਕੀ ਹੋਇਆ? ਵੈਨ ਦ ਕੋਇਲ ਇਜ਼ ਇਨ ਮੋਸ਼ਨ ਇਨਸਾਈਡ ਦ ਸਟੇਸ਼ਨਰੀ ਮੈਗਨੈਟਿਕ ਫੀਲਡ ਨੋ ਕਰੰਟ ਇਜ਼ ਇੰਡਿਊਸਡ। ਗਲਵੈਨੋਮੀਟਰ ਨੇ ਕੋਈ ਡਿਫਲੈਕਸ਼ਨ ਨਹੀਂ ਸ਼ੋ ਕੀਤੀ, ਤਾਂ ਕੋਈ ਕਰੰਟ ਇੰਡਿਊਸ ਨਹੀਂ ਹੋਇਆ। ਫਿਰ ਵੈਨ ਦ ਕੋਇਲ ਸਟਾਰਟਸ ਟੂ ਕਮ ਆਊਟ ਆਫ ਦੀ ਸਟੇਸ਼ਨਰੀ ਮੈਗਨੈਟਿਕ ਫੀਲਡ ਦੇਅਰ ਅਕਰਸ ਇੰਡਿਊਸਡ ਕਰੰਟ। ਜਿਵੇਂ ਇਹ ਬਾਹਰ ਆਈ, ਇਸ ਸਟੇਸ਼ਨਰੀ ਮੈਗਨੈਟਿਕ ਫੀਲਡ ਦੀ ਜਗ੍ਹਾ ਤੋਂ ਬਾਹਰ ਆਉਣ ਲੱਗ ਗਈ, ਤਾਂ ਕੀ ਹੋਇਆ? ਮੈਗਨੈਟਿਕ ਫਲਕਸ ਜਿਹੜੀ ਆ ਉਹ ਚੇਂਜ ਹੋਣ ਲੱਗ ਗਈ। ਕਿਉਂ? ਮੈਗਨੈਟਿਕ ਫੀਲਡ ਲਾਈਨਸ ਘਟਣ ਲੱਗ ਗਈਆਂ। ਠੀਕ ਹੈ, ਬਾਹਰ ਨੂੰ ਆ ਗਿਆ ਨਾ, ਤਾਂ ਇੱਥੇ ਤਾਂ ਮੈਗਨੈਟਿਕ ਫੀਲਡ ਲਾਈਨਸ ਹੈ ਹੀ ਨਹੀਂ। ਹੁਣ ਆਹ ਜਿਹੜਾ A' ਤੇ D' ਦੀ ਜਗ੍ਹਾ 'ਤੇ, ਤਾਂ ਇਹਦੇ ਨਾਲ ਕੀ ਹੋਇਆ? ਚੇਂਜ ਹੋ ਗਿਆ ਮੈਗਨੈਟਿਕ ਫਲਕਸ। ਮੈਗਨੈਟਿਕ ਫਲਕਸ ਚੇਂਜ ਹੋਇਆ ਤਾਂ ਸਾਡੀ ਜਿਹੜੀ ਇੰਡਿਊਸ ਕਰੰਟ ਸੀ ਉਹ ਪ੍ਰੋਡਿਊਸ ਹੋ ਗਈ। ਠੀਕ, ਹੁਣ ਇਹਨਾਂ ਦੋਨੋਂ ਆਬਜ਼ਰਵੇਸ਼ਨ ਦੀ ਕੀ ਐਕਸਪਲੇਨੇਸ਼ਨ ਹੋਏਗੀ? ਵੈਨ ਦ ਕੋਇਲ is moving inside the stationary magnetic field there occurs no change in magnetic flux। magnetic flux ਵਿੱਚ ਕੋਈ ਚੇਂਜ ਨਹੀਂ ਆਏਗਾ, ਤਾਂ ਸਾਡੇ ਕੋਲੇ ਇੰਡਿਊਸ ਕਰੰਟ ਵੀ ਨਹੀਂ ਹੋਏਗਾ। but when it comes out of the stationary magnetic field there is a change in magnetic flux। ठीक है, मैग्नेटिक फ्लक्स चेंज होया, इस करके इंड्यूस करंट भी ऑब्जर्व हो गया। ठीक, हुण अगे असी करने हैं फैराडेज लॉ ऑफ इलैक्ट्रोमैग्नेटिक इंडक्शन। हुण उन्हें इन्ने एक्सपैरीमेंट किए हैं तो उन्हें कुछ लॉज भी दिते होणगे। पहला की कहते हैगे, वैन मैग्नेटिक फ्लक्स लिंक्ड विद द सर्किट चेंजिस इट इंड्यूसिस EMF। ठीक, करंट प्रोड्यूस हो रहा है तो ओबवियसली उसका मतलब है कि EMF या वोल्टेज डिफरेंस तो होएगा ही। हुण जिहड़ा इंड्यूस्ड EMF है इट लास्ट एज लॉन्ग एज चेंज इन मैगनैटिक फ्लक्स कॉन्टीन्यूस। जदों तक मैगनैटिक फ्लक्स जिहड़ा है वो चेंज हुंदा रहेगा उदों तक ही इंड्यूस्ड EMF रहेगा। जे मैगनैटिक फ्लक्स चेंज नहीं होएगा, इंड्यूस्ड EMF 0। मैग्नीट्यूड ऑफ इंड्यूस्ड EMF इज डायरेक्टली प्रोपोर्शनल टू दी रेट ऑफ चेंज ऑफ मैगनैटिक फ्लक्स लिंक्ड विद दी सर्किट। जिहड़ा मैग्नीट्यूड है मतलब इंड्यूस्ड EMF की जिहड़ी वैल्यू है, करंट जिहड़ा प्रोड्यूस होया उहदी वैल्यू उन्नी ही प्रोपोर्शनैलिटी विच जाएगी जिन्ना जल्दी जिहड़ा है मैगनैटिक फ्लक्स चेंज हुंदा रहेगा। ठीक है, हुण जे मान लो आपां φ1 एंड φ2 दो वैल्यूज़ लै लियां मैगनैटिक फ्लक्स दियां एट टाइम t इक्वल टू 0 ते टाइम t ते। ठीक, रेट ऑफ चेंज ऑफ फ्लक्स की होएगा? दोनों का डिफरेंस डिवाइडेड बाय टाइम। हुण आपां लै लिया कि स्मॉल e लै लीए इंड्यूस्ड EMF है, तो फैराडे ने जिहड़ा लॉ दिता है उहदे हिसाब नाल इंड्यूस्ड EMF इज डायरेक्टली प्रोपोर्शनल टू रेट ऑफ चेंज ऑफ फ्लक्स। उहदी वैल्यू की है φ2 माइनस φ1 डिवाइडेड बाय t। प्रोपोर्शनैलिटी साइन नू इक्वैलिटी नाल कन्वर्ट करना है तो की करांगे, कॉन्स्टेंट ऑफ प्रोपोर्शनैलिटी के लगा लिया, नाल लग्या इत्थे नैगेटिव साइन। नैगेटिव साइन इंडिकेट करता है कि जिहड़ा इंड्यूस्ड EMF है वो अपोजिंग नेचर का है। मतलब ये सानू लेंसेज लॉ अगे दसेगा, तुहानू बहुत चंगी तरह समझ आएगा कि यह अपोजिंग नेचर क्यों कहा जा रहा है। जिहड़ी ये इंड्यूस्ड EMF है ये उस तरीके की हुंदी है कि यह मैगनैटिक फ्लक्स के चेंज नू अपोज करती है। ठीक है, जे मैगनैटिक फ्लक्स घट रहा होएगा
ਤਾਂ ਇੰਡਿਊਸਡ EMF ਇਹੋ ਜਿਹੀ ਹੋਏਗੀ ਕਿ ਉਹ ਮੈਗਨੈਟਿਕ ਫਲਕਸ ਨੂੰ ਵਧਾਏਗੀ। ਜੇ ਮੈਗਨੈਟਿਕ ਫਲਕਸ ਵੱਧ ਰਿਹਾ ਹੋਏਗਾ ਤਾਂ ਜਿਹੜੀ ਇੰਡਿਊਸਡ EMF ਹੋਏਗੀ ਉਹ ਉਸ ਤਰੀਕੇ ਦੀ ਹੋਏਗੀ ਕਿ ਉਹ ਮੈਗਨੈਟਿਕ ਫਲਕਸ ਨੂੰ ਘਟਾਉਣ ਲੱਗ ਜਾਏਗੀ। ਠੀਕ ਹੈ, ਜੇ ਮੈਗਨੈਟਿਕ ਫਲਕਸ ਵੱਧ ਰਿਹਾ ਹੈ ਤਾਂ ਇੰਡਿਊਸਡ EMF ਉਹਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਮੈਗਨੈਟਿਕ ਫਲਕਸ ਘਟ ਰਿਹਾ ਹੈ ਤਾਂ ਇੰਡਿਊਸਡ EMF ਐਵੇਂ ਹੋਏਗੀ ਕਿ ਉਹ ਫਲਕਸ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ। ਹੁਣ SI ਯੂਨਿਟਸ ਵਿੱਚ K ਦੀ ਵੈਲਿਊ 1 ਹੁੰਦੀ ਹੈ ਤਾਂ E ਕੀ ਆ ਗਿਆ ਸਾਡੇ ਕੋਲੇ -d∅/dt। ਇਹ ਤਾਂ ਸਾਡੇ ਕੋਲੇ ਇੱਕ ਟਰਨ, ਜੇ ਕੋਇਲ ਦੇ ਵਿੱਚ ਸਿਰਫ ਇੱਕ ਟਰਨ ਹੈ ਤਾਂ ਆਇਆ। ਠੀਕ, ਜੇ ਸਾਡੇ ਕੋਲੇ n ਨੰਬਰ ਆਫ ਟਰਨਸ ਨੇ ਤਾਂ ਉੱਥੇ n∅ ਆ ਜਾਏਗਾ, ਤਾਂ n ਇੱਕ ਕੌਨਸਟੈਂਟ ਹੈ, ਬਾਹਰ ਆ ਗਿਆ, ਟਾਈਮ ਨਾਲ ਨਹੀਂ ਵੇਰੀ ਕਰ ਰਿਹਾ, ਤਾਂ ਇੰਡਿਊਸਡ EMF ਕੀ ਹੋ ਗਿਆ -n∅/dt। ਅੱਗੇ ਬਹੁਤ ਅੱਛਾ ਤੇ ਬਹੁਤ ਇੰਪੋਰਟੈਂਟ ਲਾਅ ਆਉਂਦਾ ਹੈ ਲੈਂਜ਼ਸ ਲਾਅ। ਠੀਕ ਹੈ, ਉੱਪਰ ਆਪਾਂ ਥੋੜ੍ਹਾ ਜਿਹਾ ਇਹਨੂੰ ਕਰਕੇ ਵੀ ਦੇਖਿਆ ਜਿਹੜਾ ਇੰਡਿਊਸਡ EMF ਵਾਲਾ ਸੀਗਾ, ਪਰ ਇਹ ਲੈਂਸ ਨੇ ਦਿੱਤਾ ਇਹ ਲਾਅ ਤੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ। ਲੈਂਜ਼ਸ ਲਾਅ ਕੀ ਕਹਿੰਦਾ ਹੈ, ਇੰਡਿਊਸਡ ਕਰੰਟ ਪ੍ਰੋਡਿਊਸਡ ਇਨ ਅ ਸਰਕਿਟ always flows in such a direction that it opposes the change or the cause that produces it। मतलब कि इंड्यूस्ड EMF या इंड्यूस्ड करंट ਜਿਹੜਾ ਹੈ, ਜਿਹੜਾ ਇੰਡਿਊਸ ਹੋ ਰਿਹਾ ਹੈ ਇੱਕ ਸਰਕਿਟ ਦੇ ਵਿੱਚ, ਉਹ ਹਮੇਸ਼ਾ ਉਸ ਡਾਇਰੈਕਸ਼ਨ ਵਿੱਚ ਫਲੋ ਕਰੇਗਾ ਕਿ ਜਿਹੜਾ ਉਹਨੂੰ ਇੰਡਿਊਸ ਕਰ ਰਿਹਾ ਹੈ, ਮਤਲਬ ਜਿਹੜਾ ਉਹਨੂੰ ਬਣਾ ਰਿਹਾ ਹੈ, ਉਹ ਉਸੇ ਨੂੰ ਅਪੋਜ਼ ਕਰੇ। ਠੀਕ ਹੈ, ਉੱਪਰ ਆਪਾਂ ਇਹੀ ਕੀਤਾ ਕਿ ਜੇ ਮੈਗਨੈਟਿਕ ਫਲਕਸ ਜਿਹੜਾ ਹੈ ਉਹ ਘਟ ਰਿਹਾ ਹੈ ਤਾਂ ਇੰਡਿਊਸਡ EMF ਐਵੇਂ ਬਣੇਗਾ ਕਿ ਉਹ ਇਸੇ ਫਲਕਸ ਲਾਈਨਸ ਨੂੰ ਵਧਾਵੇ। ਠੀਕ ਹੈ, ਜੇ ਫਲਕਸ ਜਿਹੜਾ ਹੈ ਉਹ ਵੱਧ ਰਿਹਾ ਹੈ ਤਾਂ ਇੰਡਿਊਸਡ EMF ਇੱਕ ਇਸ ਤਰੀਕੇ ਦਾ ਹੋਏਗਾ ਕਿ ਉਹ ਫਲਕਸ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਾਡਾ ਦੱਸਦਾ ਲੈਂਜ਼ਸ ਲਾਅ। ਠੀਕ ਹੈ, ਉਸ ਤੋਂ ਬਾਅਦ ਸਾਡਾ ਆਉਂਦਾ ਲੈਂਜ਼ਸ ਲਾਅ ਐਂਡ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਨਰਜੀ। ਲੈਂਜ਼ਸ ਲਾਅ ਜਿਹੜਾ ਹੈ ਇਟ ਇਜ਼ ਇਨ ਅਕੋਰਡੈਂਸ ਵਿਦ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਨਰਜੀ। ਬੇਟਾ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਕਿ ਲੈਂਜ਼ਸ ਲਾਅ 'ਤੇ ਕਾਹਤੇ ਡਿਪੈਂਡ ਕਰ ਰਿਹਾ, ਇਹ ਅਕੋਰਡੈਂਸ ਹੈ ਟੂ ਦੀ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਨਰਜੀ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਵਿੱਚ ਕੀ ਹੋ ਰਿਹਾ ਹੈ ਕਿ ਜਿਹੜੀ ਇਲੈਕਟ੍ਰੀਕਲ ਐਨਰਜੀ ਹੈ is produced at the expense of mechanical energy। ਜਦੋਂ ਆਪਾਂ ਮੈਗਨੇਟ ਨੂੰ ਮੂਵ ਕਰ ਰਹੇ ਸੀਗੇ ਤਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਈ। ਠੀਕ ਹੈ, ਇਹਦਾ ਮਤਲਬ ਮਕੈਨੀਕਲ ਐਨਰਜੀ ਜਿਹੜੀ ਹੈ ਉਹੀ ਕਨਵਰਟ ਹੋ ਕੇ ਇਲੈਕਟ੍ਰੀਕਲ ਐਨਰਜੀ ਵਿੱਚ ਟਰਾਂਸਫਾਰਮ ਹੋ ਗਈ। ਇਸ ਕਰਕੇ ਜਿਹੜੀ ਐਨਰਜੀ ਹੈ ਉਹ ਕਨਵਰਟ ਹੋਈ ਫਰੋਮ ਵਨ ਫਾਰਮ ਟੂ ਅਨਦਰ। ਇਹ ਕਿਹੜਾ ਲਾਅ ਕਹਿੰਦਾ, ਪ੍ਰਿੰਸੀਪਲ ਕਹਿੰਦਾ ਹੈਗਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਨਰਜੀ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਅੱਜ ਦਾ ਲਾਸਟ ਟੌਪਿਕ ਕਰਦੇ ਹਾਂ ਐਕਸਪ੍ਰੈਸ਼ਨ ਫॉर ਮੋਸ਼ਨਲ EMF। ਇਸ ਡੈਰੀਵੇਸ਼ਨ ਵਿੱਚ ਕੀ ਹੋ ਰਿਹਾ ਕਿ ਆਪਾਂ ਕੰਸੀਡਰ ਕੀਤਾ ਇੱਕ ਯੂਨੀਫਾਰਮ ਮੈਗਨੈਟਿਕ ਫੀਲਡ B। ਠੀਕ ਹੈ, ਉਹ ਕਨਫਾਈਨ ਕੀਤਾ PQRS ਰੀਜਨ ਵਿੱਚ। ਇਹਦੇ ਅੰਦਰ ਇੱਕ ਕੋਇਲ ਲੈ ਲਈ ABCD। ਠੀਕ ਹੈ, ਹੁਣ ਇਹ ਜਿਹੜੀ ਕੋਇਲ ਹੈ, ਜਿਹੜਾ ਇੱਥੇ ਪਹਿਲਾਂ ਤਾਂ ਮੈਗਨੈਟਿਕ ਫੀਲਡ ਹੀ ਲੈ ਲਈਏ, ਜਿਹੜੇ ਆ ਕ੍ਰੋਸ ਲੱਗੇ ਹੋਏ ਆ, ਇਹਦਾ ਮਤਲਬ ਹੈ ਜਿਹੜੀ ਮੈਗਨੈਟਿਕ ਫੀਲਡ ਹੈ ਉਹ ਪਰਪੈਂਡੀਕੂਲਰ ਹੈ ਪਲੇਨ ਆਫ ਦੀ ਕੋਇਲ ਦੇ ਅਤੇ ਇਨਵਰਡ ਐਕਟ ਕਰ ਰਹੀ ਹੈ। ਕ੍ਰੋਸਿਸ ਦਾ ਮਤਲਬ ਇਸ ਪੇਪਰ ਦੇ ਇਨਵਰਡ ਐਕਟ ਕਰ ਰਹੀ ਹੈ। ਠੀਕ ਹੈ ਜੀ, ਅਤੇ ਜਿਹੜੀ ਮੈਗਨੈਟਿਕ ਫੀਲਡ ਹੈਗੀ ਕਿ ਆਹ ਜਿਹੜੀ ਕੋਇਲ ਹੈ ਅਤੇ ਮੈਗਨੈਟਿਕ ਫੀਲਡ ਹੈ ਇੱਕ ਦੂਜੇ ਤੋਂ ਪਰਪੈਂਡੀਕੂਲਰ ਨੇ। ਐਕਸਪੈਰੀਮੈਂਟ ਹੀ ਇੱਦਾਂ ਸਟਾਰਟ ਕੀਤਾ ਆਪਾਂ। ਠੀਕ ਹੈ ਜੀ, ਹੁਣ ਵੈਨ ਦਾ ਕੋਇਲ ਇਜ਼ ਮੂਵਡ ਵਿਦ ਵੈਲੋਸਿਟੀ V। ਹੁਣ ਅਸੀਂ ਕੋਇਲ ਨੂੰ ਮੂਵ ਕਰਵਾ ਲਿਆ ਵਿਦ ਵੈਲੋਸਿਟੀ V, ਰਾਈਟ ਹੈਂਡ ਸਾਈਡ ਵੱਲ ਨੂੰ ਮੂਵ ਕਰਵਾ ਲਿਆ। ਜਿਹੜਾ ਇਸ ਕੋਇਲ ਵਿੱਚ ਇਲੈਕਟ੍ਰੋਨਸ ਨੇ, ਠੀਕ ਹੈ, ਉਹ ਮੈਗਨੈਟਿਕ ਲੋਰੈਂਸ ਫੋਰਸ ਐਕਸਪੀਰੀਅੰਸ ਕਰਨ ਲੱਗ ਗਏ। ਮੈਗਨੈਟਿਕ ਲੋਰੈਂਸ ਫੋਰਸ ਦਾ ਫਾਰਮੂਲਾ ਕੀ ਸੀਗਾ, F ਇਜ਼ ਇਕੁਅਲ ਟੂ QV क्रॉस B। ਠੀਕ ਹੈ, ਹੁਣ ਸਾਨੂੰ ਪਤਾ ਹੈ V ਅਤੇ B ਕੀ ਨੇ, ਪਰਪੈਂਡੀਕੂਲਰ ਨੇ ਇੱਕ ਦੂਜੇ ਤੋਂ। ਠੀਕ ਹੈ, ਤਾਂ ਕ੍ਰੋਸ ਪ੍ਰੋਡਕਟ ਸਾਈਨ ਨਾਲ ਹੁੰਦਾ ਤਾਂ ਸਾਈਨ 90 ਇਜ਼ 1, ਤਾਂ ਸਾਡੇ ਕੋਲ ਲੋਰੈਂਸ ਫੋਰਸ ਕੀ ਆ ਗਈ QVB। ਠੀਕ ਹੈ, ਹੁਣ ਮੰਨ ਲਓ ਵੀ E ਜਿਹੜੀ ਹੈ ਦੈਟ ਇਜ਼ ਦੀ ਸਟਰੈਂਥ ਆਫ ਇਲੈਕਟ੍ਰਿਕ ਫੀਲਡ। ਠੀਕ, ਹੁਣ ਫੋਰਸ ਇਲੈਕਟ੍ਰੋਨ ਨੇ ਕਿੰਨੀ ਐਕਸਪੀਰੀਅੰਸ ਕਰਨੀ ਹੈ ਇਸ ਇਲੈਕਟ੍ਰਿਕ ਫੀਲਡ ਦੇ ਕਰਕੇ, ਫੋਰਸ ਇਜ਼ ਇਕੁਅਲ ਟੂ ਚਾਰਜ ਇਨਟੂ ਇਲੈਕਟ੍ਰਿਕ ਫੀਲਡ।
ठीक है, ये पहला आपां कीता होया फस्ट यूनिट विच। हुण की हो रहा है इत्थे, इन इक्विलिब्रियम द नेट फोर्स ऑन एन इलैक्ट्रॉन ड्यू टू इलैक्ट्रिक फील्ड एंड मैगनैटिक फील्ड बिकम्स जीरो। जे आह सारा दा सारा जिहड़ा है कोयल है ये इक्विलिब्रियम विच है तां की होएगा, साडी इलैक्ट्रिक फील्ड ते मैगनैटिक फील्ड एक दूजे दे बराबर हो जाएगी। ठीक, एक दूजे दे बराबर हो जाएगी पर ऑपोजिट साइन नाल। ठीक है जी, तो साडी इलैक्ट्रिक फील्ड नाल फोर्स की आ रही सी क्यू ई, मैगनैटिक फील्ड नाल की आ रही सी बी क्यू वी विच इज़ इक्वल टू जीरो। क्यों? क्योंकि ये सारा का सारा जिहड़ा सिस्टम है वो इक्विलिब्रियम विच है। तो ये नाल साडे कोले इलैक्ट्रिक फील्ड की वैल्यू आ गई, इलैक्ट्रिक फील्ड की वैल्यू की आ गई माइनस बी वी आ गई जी। हुण असी पिछे भी किया हुआ है, इलैक्ट्रिक फील्ड इज़ इक्वल टू वी अपॉन एल, वोल्टेज डिवाइडेड बाय लेंथ। ठीक है, हुण इत्थे वोल्टेज कितनी हैगी, वोल्टेज इज़ इंड्यूस्ड EMF, जिन्ना EMF इंड्यूस होएगा। क्यों हो रहा है इत्थे EMF इंड्यूस? क्योंकि जिहड़ी कॉयल है वो मैगनैटिक फील्ड तो बाहर नूं जा रही है, इहदा मतलब कॉयल दे विच की हो रहा है, मैगनैटिक फ्लक्स चेंज हो रही है। मैगनैटिक फ्लक्स चेंज हो रही है तो EMF भी इंड्यूस हो रही है। ठीक है, इस करके E अपॉन एल। ठीक है जी, तो इलैक्ट्रिक फील्ड की जगह से असी E अपॉन एल लिखिया तो साडे कोले इंड्यूस्ड EMF की वैल्यू आ गई E इज़ इक्वल टू माइनस BLV। हुण बेटा ये रिलेशन क्यों इंपॉर्टेंट है? क्योंकि तुहाडे मल्टीपल चॉइस क्वेश्चनस विच भी ये यूज़ हो जाता है तो वैसे जिहड़े तुहाडे न्यूमैरिकल आंदे आ उहदे विच भी यूज़ होंदा है। सब तो पहला तो जिहड़े तुहाडे मल्टीपल चॉइस क्वेश्चनस होंदे आ उहदे विच हुंदा हैगा कि तुहाडी इंड्यूस्ड EMF जिहड़ी है वो किते किते डिपेंड करदी है। तो वो डिपेंड करेगी मैगनैटिक फील्ड के उत्ते, वो डिपेंड करेगी लेंथ के उपर, मतलब कि जिहड़ी आह लेंथ जिहड़ी आ कॉयल की लेंथ है। ठीक है, आ लेंथ है जिहड़ी, ठीक है, ये तो डिपेंड करेगी। फिर यह डिपेंड करती है तुहाडी वेलोसिटी के उपर कि कितनी वेलोसिटी नाल तुसीं कॉयल नूं बाहर खिंच रहे हो, उसके उपर डिपेंड करती है। फिर ये डिपेंड करती हुंदी है नंबर ऑफ कॉयल्स के उपर भी। जे नंबर ऑफ कॉयल्स ज़्यादा लओगे उन्नी ही EMF ज़्यादा होएगी। ठीक है, ये तो असीं एक कॉयल वास्ते फॉर्मूला कढ़िया, जे n नंबर ऑफ कॉयल्स होणगियां इकट्ठियां तो उन्नी ही ज़्यादा EMF इंड्यूस होएगी। ठीक है, पर हुण इत्थे ये भी देखो कि इस पूरे फॉर्मूला में जिहड़ी EMF इंड्यूस हुई वो रेजिस्टेंस के उपर बिल्कुल डिपेंड नहीं कर रही। ठीक, रेजिस्टेंस के उपर डिपेंड नहीं कर रही। ठीक है जी, होर भी कोई होर रिलेशन आता तो वो उपर भी डिपेंड नहीं कर रही, बल्कि इंड्यूस्ड EMF काते काते डिपेंड कर रही है, नंबर ऑफ टर्न्स या नंबर ऑफ कॉयल्स दे, मैगनैटिक फील्ड दे, लेंथ दे ते वेलोसिटी दे। ठीक है जी, इस दे नाल आपां अज दा चैप्टर अज दा टॉपिक्स जिहड़े हैगे वो इत्थे खत्म करते हैं।